जो प्राणी निस दिन भजै, रूप राम ते जान। हर जन हर अंतर नहीं, नानक साची माँ। ऐसी लाल तुद बिन कौन करै, गरीब निवाज गोसैया मेरा। माथे छतर तरेरा, जाकी छूत जगत को लागै, तां पर तुही डरै। नीचा ऊच करी मेरा गोबिंद, काहू ती ना डरै। नाम दे कबीर तिरलोचन, सदना सैन तरै। कह रविदास सुनोरी संतु, हर जीवती सब सरी। कह रविदास सुनोरी संतो, हर जीवती सब सर। परम सन्मानयोग ਸਾਹਿਬ ਦੀ ਸਾਜੀ ਤੇ ਨਿਵਾਜੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ ਜੁਗੋ ਜੁਗੀ ਅਟਲ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿੱਗੀ ਗੋਦ ਅੰਦਰ, ਸੱਚਖੰਡ ਵਾਸੀ ਸੰਤ ਬਾਬਾ ਟਹਿਲਦਾਸ ਮਹਾਰਾਜ ਦੀ ਪਾਵਨ ਪਵਿੱਤਰ ਤਪੋਸਥਾਨ ਉਦਾਸੀ ਡੇਰਾ ਸੰਤ ਬਾਬਾ ਟਹਿਲਦਾਸ ਜੀ ਲੁਧਿਆਣੇ ਦੀ ਪਾਵਨ ਪਵਿੱਤਰ ਧਰਤੀ ਤੇ ਸੰਗਤ ਰੂਪ ਕਰਕੇ ਸਵਾਸਾਂ ਰੂਪੀ ਪੂੰਦੀ ਨੂੰ ਕੀਮਤੀ ਬਣਾ ਰਹੇ ਹੋ। ਸਦ ਬਲਿਹਾਰੀ ਤਿੰਨਾਂ ਦੇ ਸੁਣਤੇ ਹਰ ਕਥਾ, ਪੂਰੀ ਤੇ ਪ੍ਰਧਾਨ ਨਿਭਾਵੈ ਪ੍ਰਭ ਮੱਥਾ। ਹਰ ਜਸ ਲਿਖੈ ਬਿਆੰਤ ਸੋਹੈ ਸੀ ਹੱਥਾ, ਚਾਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪੰਥਾ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਜਿੱਥੇ ਅੱਜ ਕਰੋਨਾ ਮਹਾਂਮਾਰੀ ਫੈਲੀ ਹੋਈ ਉੱਥੇ ਆਪੋ ਆਪਣੇ ਘਰਾਂ ਦੇ ਅੰਦਰ ਸਾਹਿਬ ਦੀ ਯਾਦ ਦੇ ਅੰਦਰ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੀ ਹੋਈ ਸਾਧ ਸੰਗਤ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੀ ਪਾਵਨ ਸ਼ਬਦ ਐਸੀ ਲਾਲ ਤੁਧ ਬਿਨ ਕੌਣ ਕਰੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਾਗ ਮਾਰੂ ਤੇ ਅੰਗ 1106 ਤੇ ਸੁਭਾਏਮਾਨ ਹੈ। ਤੇ ਸਾਸ ਮਾਰੂ ਰਾਗ ਜੋ ਪ੍ਰਾਣੀ ਦੇ ਅੰਤ ਸਮੇਂ ਤੇ ਰਾਗ ਮਾਰੂ ਦੇ ਅੰਦਰ ਬੈਰਾਗ ਦੇ ਅੰਦਰ ਪਰਮ ਪਿਤਾ ਪਰਮੇਸ਼ਰ ਦੀ ਚਰਨਾਂ ਦੀ ਅਭੇਦਤਾ ਪ੍ਰਾਪਤ ਹੁੰਦੀ ਹੈ। ਪ੍ਰਾਣੀ ਇਸ ਧਰਤੀ ਤੋਂ ਸਵਾਸਾਂ ਰੂਪੀ ਪੂੰਜੀ ਕਰਕੇ ਚੱਲਿਆ ਜਾਂਦਾ, ਉਸ ਸਮੇਂ ਦਾ ਇਹ ਰਾਗ ਹੈ। ਉਸ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਕਿ ਸਾਧ ਸੰਗਤ ਦੀ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦਾ ਆਗਮਨ ਵਿਕਰਮੀ ਸੰਮਤ 1433 ਨੂੰ ਹੁੰਦਾ ਹੈ ਤੇ 1584 ਸੰਮਤ ਨੂੰ ਸਰੀਰਕ ਤੌਰ 'ਤੇ ਇਸ ਧਰਤੀ ਤੋਂ ਅਮਰ ਪਦਵੀ ਪ੍ਰਾਪਤ ਕਰਦੇ ਹੋਏ ਪ੍ਰਭੂ ਚਰਨਾਂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਕਰੀਬ 151 ਸਾਲ ਲੰਬੀ ਆਜੂ ਮਨੁੱਖਾ ਸਰੀਰ ਅੰਦਰ ਤੇਰੇ ਰੂਪ ਤੇਰੇ ਨਾਮ ਅਨੇਕਾ, ਰੂਪ ਬੇਅੰਤਾ ਕਹਿਣ ਡਾਈ ਤੇਰੇ ਗੁਣ ਕੇਤੇ। ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੀ ਬਖਸ਼ਿਸ਼ ਸਦਕਾ 18 ਸਿੱਧੀਆਂ 9 ਨਿਧੀਆਂ ਦੀ ਖਜ਼ਾਨੇ ਪ੍ਰਭੂ ਸਿਮਰਨ ਸਦਕਾ ਪ੍ਰਾਪਤ ਹੋ ਜਾਂਦੇ ਨੇ। ਅਖੌਤੀ ਜਾਤ ਚਮਾਰ ਸ਼ੂਦਰਾਂ ਦੀ ਪਰਿਵਾਰ ਦੇ ਅੰਦਰ ਜਨਮ ਹੁੰਦਾ ਏ, ਜਿੱਥੇ ਸਾਹਿਬ ਦੇ ਬਚਨ ਹਨ ਦਾਰਦ ਦੀਕ ਸਭ ਕੋ ਹੱਸੇ ਐਸੀ ਦਸ਼ਾ ਹਮਾਰੀ।
ਸਾਡੀ ਦਰਿਦਰਤਾ ਭਰੀ ਹਾਲਾਤਾਂ ਨੂੰ ਦੇਖ ਕੇ ਸਭ ਕੋਈ ਮਖੌਲ ਕਰਦਾ ਹੈ, ਹੱਸਦਾ ਹੈ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਪਾਤਸ਼ਾਹ ਬਚਨ ਕਰਦੇ ਨੇ, ਜਾ ਕੀ ਛੂਤ ਜਗਤ ਕੋ ਲਾਗੈ। ਜਿਨ੍ਹਾਂ ਦਾ ਕੋਈ ਪਰਛਾਵਾਂ ਲੈਣ ਤੇ ਆਪਣਾ ਧਰਮ ਆਪਣੇ ਆਪ ਨੂੰ ਭ੍ਰਿਸ਼ਟ ਹੋ ਗਿਆ ਸਮਝਦਾ ਏ, ਤੇ ਸਾਸੰਤ ਉਹਨਾਂ ਦੇ ਸਿਰ ਤੇ ਰਾਜਗੁਰੂ ਪਾਤਸ਼ਾਹਾਂ ਦੀ ਪਾਤਸ਼ਾਹੀ ਦਾ ਛੱਤਰ ਝੁਲਾ ਕੇ ਸਹਿਬ ਪਰਮਪਿਤਾ ਪਰਮੇਸ਼ਰ ਜਿਸ ਨੂੰ ਪਾਤਸ਼ਾਹ ਬਚਨ ਕਰਦੇ ਨੇ, ਸੱਚਾ ਤੇਰਾ ਦਰਬਾਰ, ਸੱਚਾ ਤੇਰਾ ਦਰਬਾਰ ਤੇ ਸਾਧ ਸੰਗਤ ਦੀ ਜਿਸ ਦੇ ਅੰਦਰ ਸਿਰ ਪਾਤਸ਼ਾਹ ਨਿਹਚਲ ਚੌਰ ਛੱਤ, ਐਸੇ ਮਰਤਬੇ ਦੀ ਪ੍ਰਾਪਤੀ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਪ੍ਰਾਪਤ ਹੁੰਦੀ ਹੈ। ਤੇ ਸਾਧ ਸੰਗਤ ਦੀ ਉੱਥੇ ਜਿੱਥੇ ਅੱਜ ਗਰੀਬ ਨੂੰ ਹਰ ਕੋਈ ਲਤਾੜਦਾ ਏ, ਲਤਾੜਨਾ ਚਾਹੁੰਦਾ ਵੀ, ਤੇ ਅੱਜ ਤੱਕ ਗਰੀਬ ਲਤਾੜਿਆ ਜਾ ਰਿਹਾ, ਬਸ਼ਰਤੇ ਭਾਵੇਂ ਭਰਾ ਵੀ ਕਿਉਂ ਨਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਭਰਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ ਗਰੀਬ ਤੇ ਅਮੀਰ ਸਾਹਿਬ ਸਤਿਗੁਰੂ ਕਬੀਰ ਮਹਾਰਾਜ ਬਚਨ ਕਰਦੇ ਨੇ, ਨਿਰਧਨ ਸਰਧਨ, ਨਿਰਧਨ ਗਰੀਬ ਏ, ਸਰਧਨ ਅਮੀਰ ਏ। ਜਿਹਦੇ ਕੋਲ ਸਭ ਕੁਝ ਸਰਦਾ ਏ, ਨਿਰਧਨ ਜਿਹਦੇ ਕੋਲ ਗਰੀਬੀ ਦੀ ਹਾਲਤ ਅੰਦਰ ਪ੍ਰਸਾਦਾ ਵੀ ਨਹੀਂ ਸਰਦਾ ਏ। ਤੇ ਸਤਿਗੁਰੂ ਕਬੀਰ ਜੀ ਬਚਨ ਕਰਦੇ ਹਨ, ਜਾਓ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਪਰ ਆਏ। ਜੇ ਕਿਤੇ ਗਰੀਬ ਆਪਣੇ ਅਮੀਰ ਭਰਾ ਨੂੰ ਮਿਲਣ ਚਲਿਆ ਜਾਂਦਾ ਏ ਤੇ ਹੋਰ ਇਹ ਉਹ ਵੱਡਿਆਂ ਵੱਡਿਆਂ ਵਿਚਾਰਾਂ ਦੇ ਅੰਦਰ ਰੁੱਝਾ ਹੋਇਆ ਬਚਨ ਕਰਦਾ ਏ, ਮੇਰੇ ਕੋਲ ਟਾਈਮ ਨਹੀਂ, ਤੂੰ ਫੇਰ ਆ ਜਾ। ਜੇ ਕਿਤੇ ਸਰਦਨ ਨਿਰਧਨ ਕੇ ਜਾਏ ਤੇ ਕਿਤੇ ਅਮੀਰ ਭੁੱਲ ਭੁਲੇਖੇ ਗਰੀਬ ਦੇ ਘਰ ਭਰਾ ਦੇ ਘਰ ਆ ਜਾਂਦਾ ਏ, ਤੇ ਸਤਿਗੁਰੂ ਕਬੀਰ ਜੀ ਕਹਿੰਦੇ ਨੇ, ਲੀਆ ਆਦਰ ਦੀਆ ਆਦਰ ਲੀਆ ਵਟਾ, ਲੀਆ ਬੁਲਾਏ। ਗਰੀਬ ਜਿਹੜਾ ਇਹ ਫਿਰ ਵੀ ਅੱਤ ਦਾ ਸਤਿਕਾਰ ਦੇ ਕਰਕੇ ਬਿਠਾਉਂਦਾ ਏ, ਸਤਿਕਾਰ ਦਿੰਦਾ। ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਈ। ਪਰਮੇਸ਼ਰ ਤੇਰੀ ਕਲਾ ਅਚਰਜ ਕੌਤਕ ਜਿਹੜਾ ਏ ਮਿਟਾਇਆ ਨਹੀਂ ਜਾ ਸਕਦਾ ਹੈ। ਤੇ ਭਰਾ ਪਰ ਗਰੀਬੀ ਦੀ ਹਾਲਾਤ ਕਾਰਨ ਲਤਾੜਿਆ ਜਾ ਰਿਹਾ ਏ, ਤੇ ਹਰ ਕੋਈ ਲਤਾੜਨਾ ਚਾਹੁੰਦਾ ਵੀ, ਤੇ ਅੱਜ ਤੱਕ ਦੇਖਦੇ ਹਾਂ ਗਰੀਬੀ ਨੂੰ ਲਤਾੜਿਆ ਜਾਂਦਾ। ਤੇ ਸਤਿਗੁਰੂ ਬਚਨ ਕਰਦੇ ਨੇ, ਦਾਰ ਦੇਖ ਸਭ ਕੋ ਵਸੇ। ਇੱਥੇ ਬਚਨ ਕਰਦੇ ਨੇ, ਜਾ ਕੀ ਛੂਤ ਜਗਤ ਕੋ ਲਾਗੀ। ਜਿਹਦੇ ਪਰਛਾਵੇਂ ਦੀ ਭਿੱਟ ਪੂਰੇ ਸੰਸਾਰ ਨੂੰ ਭਾਵ ਹਰ ਜੀਵ ਮੰਨਦਾ ਏ। ਜਿੱਥੋਂ ਐਸਾ ਗਰੀਬ ਲੰਘ ਜਾਂਦਾ ਏ, ਧਰਮੀਆਂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਏ, ਤੇ ਪਰਮਪਿਤਾ ਪਰਮੇਸ਼ਰ ਤੂੰ ਐਸੀ ਬਖਸ਼ਿਸ਼ ਕਰ ਦਿੰਦਾ ਏ ਜਿਸ ਨੂੰ ਪਾਤਸ਼ਾਹ ਬਚਨ ਕਰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੀ, ਗਰੀਬ ਨਿਵਾਜ ਗੁਸਈਆਂ ਮੀਰਾ ਮਾਥ ਛਤਰ ਧਰੈ। ਇਹ ਧਰਤੀ ਦੀਆਂ ਮਾਲਕਾ, ਐਸੀ ਲਾਲ, ਐਸੀ ਮਿਹਰ, ਐਸੀ ਕਿਰਪਾ, ਐਸੀ ਰਹਿਮਤ ਤੇਰੀ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਹੈ। ਤੇ ਐਸੀ ਰਹਿਮਤ ਜਿਸ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਪਤਤ ਪਵਿੱਤਰ ਲੀ ਕਰ ਆਪਣੇ ਸਗਲ ਕਰਤ ਨਮਸਕਾਰੂ। ਵਰਣ ਜਾਤ ਕੋਈ ਪੁੱਛੈ ਨਾਹੀ, ਬਾਛੈ ਚਰਨ ਰਵਾਰੂ। ਠਾਕੁਰ ਐਸੋ ਨਾਮ ਤੁਹਾਰੂ ਰਾਉ। ਸਗਲ ਸ੍ਰਸ਼ਟ ਕੋ ਧਣੀ ਕਹੀਜੈ, ਜਨ ਕੋ ਅੰਗ ਨਿਰਾਰੂ। ਸਾਧੂ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੂ। ਨਾਮ ਦੀ ਤਿਰਲੋਚਨਾ ਕਬੀਰ ਦਾਸ, ਮੁਕਤ ਭਇਉ ਚਮਿਆਰੂ। ਭਲੂ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਈ। ਊਚ ਤੇ ਊਚ ਨਾਮ ਦੀ ਉਸਮ ਦਰਸੀ, ਰਵਿਦਾਸ ਠਾਕਰ ਵੜਿਆਈ। ਇੱਥੇ ਸੀ ਬਸ ਨਹੀਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਪਤਤ ਪਵਿੱਤਰ ਲੀ ਕਰ ਆਪਣੇ ਸਗਲ ਕਰਤ ਨਮਸਕਾਰੂ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤਿਆਨ, ਸਿਰ ਛੱਤ ਸੱਚਾ ਹਰ ਬਣਾਈ।
ਆਪਣੇ ਪਿਆਰਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ ਪਰਮ ਪਿਤਾ ਪਰਮੇਸ਼ਰ ਜਿਹੜਾ ਏ ਪਾਤਸ਼ਾਹਾਂ ਦਾ ਪਾਤਸ਼ਾਹ ਥਾਪ ਕੇ ਉਹਨਾਂ ਦੇ ਸਿਰ 'ਤੇ ਰਾਜ ਗੁਰੂ ਦਾ ਗੁਰਗੱਦੀ ਦਾ ਛਤਰ ਝੁਲਾ ਦਿੰਦਾ ਹੈ। ਤੇ ਸਾਧ ਸੰਗਤ ਅੱਜ ਸੰਗਤਾਂ ਦੀ ਬਹੁਤ ਸਾਰੀਆਂ ਸੰਗਤਾਂ ਦੀ ਵਿਚਾਰ ਆ ਰਹੇ ਸਨ ਕਿ ਧੰਨ ਸਤਿਗੁਰੂ ਦਾਸ ਮਹਾਰਾਜ ਜੀ ਦੇ ਅੰਤਮ ਸਮੇਂ ਬਾਰੇ ਵਿਚਾਰ ਸਾਂਝੇ ਕੀਤੇ ਜਾਣ। ਤੇ ਸਾਹਿਬ ਦੀ ਬਖਸ਼ਿਸ਼ ਹੋਈ ਅੱਜ ਸੁਭਾਵਿਕ ਸਤਿਗੁਰਾਂ ਦੇ ਪਾਵਨ ਸ਼ਬਦ ਜੋ ਅੰਤ ਸਮੇਂ ਸਤਿਗੁਰਾਂ ਦੇ ਹਿਰਦੇ ਦੇ ਅੰਦਰ ਬੋਲ ਪ੍ਰਗਟ ਹੁੰਦੇ ਨੇ। ਵੈਸੇ ਤੇ ਭਰ ਜਵਾਨੀ ਤੋਂ ਲੈ ਕੇ ਅੰਤ ਸਮੇਂ ਤੱਕ ਸਤਿਗੁਰੂ ਇਸ ਸ਼ਬਦ ਦੀ ਪਰਿਭਾਸ਼ਾ ਨੂੰ ਪ੍ਰਗਟ ਕਰਦੇ ਰਹੇ ਨੇ, ਕਿਉਂਕਿ ਸਾਧ ਸੰਗਤ ਜੀ ਪਾਤਸ਼ਾਹ ਦੇ ਬਚਨ ਆਉਂਦੇ ਹਨ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਹਉਮੈ ਉਦੋਂ ਪਰਮੇਸ਼ਰ ਤੋਂ ਦੂਰ ਏ, ਅਬ ਤੂੰ ਹੀ ਮੈਂ ਨਾਹੀਂ, ਹੁਣ ਤੇ ਕੇਵਲ ਤੂੰ ਹੀ ਤੂੰ ਏ। ਇਹ ਸਾਧ ਸੰਗਤ ਜੀ ਪਿਤਾ ਪਰਮੇਸ਼ਰ ਨੇ ਨਦਰੀ ਨਦਰ ਨਿਹਾਲ ਕੀਤਾ ਹੈ। ਅਨਲ ਅਗਮ ਜੈਸੀ ਲਹਿਰ ਮੈਂ ਉਦਦ ਜਾਵਲ ਕੇਵਲ ਜਲ ਮਾਹੀ, ਮਾਧਵੀ ਕਿਆ ਕਹੀਏ ਪਰਮੈਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਤ ਰਾਜ ਬਿਖਰ ਦੁਖ ਪਾਇਆ, ਸੂਗਤ ਪਈ ਹਮਾਰੀ। ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਛ ਕਹਿ ਨਾ ਡਾਈ, ਰਾਜ ਭਿਅੰਗ ਪ੍ਰਸੰਗ ਜੈਸੇ ਹੈ ਕਹਤੇ ਕਹਿ ਨਾ ਆਇਆ। ਜਗੀ ਸਾਹਿਬ ਬਚਨ ਕਰਦੇ ਨੇ, ਸਰਵੈ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇੜੀ ਸਹਿਜੀ ਹੋਈ ਸੋ ਹੋਈ। ਜਦੋਂ ਰਾਜਸਥਾਨ ਦੀ ਧਰਤੀ 'ਤੇ ਰਾਣੀ ਝਾਲਾਂ ਬਾਈ ਤੇ ਸਾਸਨੀ ਆਪਣੇ ਮਹਿਲਾਂ ਦੇ ਅੰਦਰ ਸਤਿਗੁਰਾਂ ਨੂੰ ਗੁਰੂ ਧਾਰਨ ਦੀ ਖੁਸ਼ੀ ਦੇ ਅੰਦਰ ਸਾਧ ਸੰਗਤ ਦੀ ਜਦੋਂ ਪਰਿਵਾਰ ਵੱਲੋਂ ਵਿਰੋਧ ਕੀਤਾ ਜਾਂਦਾ ਏ, ਪਤੀ ਵੱਲੋਂ ਵਿਰੋਧ ਕੀਤਾ ਜਾਂਦਾ ਏ, ਤੇ ਇੱਕ ਜੱਗ ਰਚਿਆ ਜਾਂਦਾ ਹੈ ਜਿਸ ਦੇ ਅੰਦਰ ਰਾਜਗੁਰੂ ਬੁਲਾਏ ਜਾਂਦੇ ਨੇ, ਬ੍ਰਹਮ ਗੁਰੂ ਬੁਲਾਏ ਜਾਂਦੇ ਨੇ। ਤੇ ਸਾਧ ਸੰਗਤ ਦੀ ਉੱਥੇ ਜਿਹੜੇ ਪਰੰਪਰਾਵਾਦੀ ਨੇ ਉਹ ਸਤਿਗੁਰੂ ਦਾਸ ਮਹਾਰਾਜ ਦੇ ਨਾਲ ਬਰਾਬਰ ਬਹਿਣ ਤੋਂ ਇਨਕਾਰ ਕਰ ਦਿੰਦੇ। ਤੇ ਸਾਧ ਸੰਗਤ ਤੇਰੇ ਨਾਮ ਅਨੇਕਾ ਰੂਪ ਬੇਅੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਜਦੋਂ ਲੰਗਰ ਪ੍ਰਸਾਦ ਵਰਤਦਾ ਏ, ਸਰਵੈ ਏਕਾ ਅਨੇਕਾ ਸੁਆਮੀ, ਉਹ ਪਰਮ ਪਿਤਾ ਪਰਮੇਸ਼ਰ ਸਤਿਗੁਰੂ ਦਾਸ ਮਹਾਰਾਜ ਰੂਪ ਧਾਰ ਕੇ, ਇੱਕ ਤੋਂ ਅਨੇਕਾਂ ਰੂਪ ਧਾਰ ਕੇ ਹਰ ਰਾਜਗੁਰੂ ਦੇ ਨਾਲ ਪ੍ਰਸਾਦ ਛਕਦੇ ਨੇ। ਤੇ ਉਸ ਧਰਤੀ ਦੇ ਉੱਤੇ ਇਹ ਸਾਧ ਸੰਗਤ ਜਦੋਂ ਸਤਿਗੁਰੂ ਦੀ ਮਹਿਮਾ ਪ੍ਰਗਟ ਹੁੰਦੀ ਏ, ਰਾਜਗੁਰੂ ਸਾਧੂ ਸੰਤ ਆਪਣੀ ਹਉਮੈ ਨੂੰ ਤਿਆਗ ਕੇ ਸਤਿਗੁਰੂ ਦੇ ਚਰਨਾਂ ਤੋਂ ਨਮਸਕਾਰ ਕਰਕੇ, ਆਪਾ ਸਮਰਪਿਤ ਕਰਕੇ, ਅਬ ਪਰ ਪ੍ਰਧਾਨ ਕਰੇ ਰੰਡਾਓ ਤੇਰੇ ਨਾਮ ਸਰਨਾਈ। ਰਵਿਦਾਸ ਦਸਾਨ ਦਾਸਾ ਸਤਿਗੁਰੂ ਦਾ ਵਚਨ ਕਰਦੇ ਨੇ, ਪਰਮੇਸ਼ਰ ਮੈਂ ਤੇ ਤੇਰੇ ਦਾਸਾਂ ਦਾ ਦਾਸ ਹਾਂ, ਪਰ ਤੇਰੇ ਨਾਮ ਸਿਮਰਨ ਸਦਕਾ ਅੱਜ ਤੇਰੇ ਸੇਵਕ ਨੂੰ ਜਿਹਦੇ ਪਰਛਾਵੇਂ ਤੋਂ ਦੁਨੀਆ ਨੂੰ ਪਿੱਟ ਆਉਂਦੀ ਸੀ, ਅੱਜ ਉਹਨਾਂ ਦੇ ਚਰਨਾਂ ਵਿੱਚ ਅੱਜ ਹੁਕਮਨਾਮੇ ਮੰਗਦੇ ਖੜੇ ਨੇ, ਤੇ ਮੰਨਦੇ ਵੀ ਨੇ, ਕਮਾਉਂਦੇ ਵੀ ਨੇ, ਤੇ ਗੁਰੂ ਦੀਕਸ਼ਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰਦੇ ਨੇ। ਤੇ ਉਸ ਸਮੇਂ ਵੀ ਸਤਿਗੁਰਾਂ ਨੇ ਪਾਤਸ਼ਾਹ ਦਾ ਧੰਨਵਾਦ ਕਰਦਾ ਆਖਿਆ ਸੀ, ਐਸੀ ਲਾਲ ਤੁਧ ਬਿਨ ਕੌਣ ਕਰੇ। ਤੇ ਅੱਜ ਜਗਤ ਜਲੰਦੇ ਨੂੰ ਠਾਰਦੇ ਹੋਏ ਸਤਿਗੁਰੂ ਦਾਸ ਮਹਾਰਾਜ ਜਦੋਂ ਸਾਧ ਸੰਗਤ ਦੀ ਪੂਰੇ ਧਰਤੀ ਦਾ ਵਿਸ਼ਵ ਦਾ ਚੱਕਰ ਕੱਟਦਿਆਂ ਹੋਇਆਂ ਅੰਤ ਸਮੇਂ ਬਨਾਰ ਦੀ ਧਰਤੀ 'ਤੇ ਪੁੱਜ ਜਾਂਦੇ ਨੇ। ਤੇ ਸਾਧ ਸੰਗਤ ਦੀ ਸਤਿਗੁਰੂ ਕਬੀਰ ਜੀ ਮਹਾਰਾਜ ਜਿਹੜੇ ਲੰਬਾ ਸਮਾਂ ਸਤਿਗੁਰੂ ਦਾਸ ਮਹਾਰਾਜ ਜੀ ਦੀ ਸੰਗਤ ਵਿੱਚ ਰਹੇ ਨੇ, ਸੰਤ ਮੰਡਲੀ ਦੇ ਅੰਦਰ, ਜਿੱਥੇ ਧੰਨ ਸਤਿਗੁਰੂ ਦਾਸ ਜੀ ਵਚਨ ਕਰਦੇ ਨੇ, ਸੰਤ ਕੀ ਸੰਗਤ ਸੰਤ ਕਥਾ ਰਾ, ਸੰਤ ਪ੍ਰੇਮ ਮਾਢਿਆ ਦੀਜੈ ਦੀਵਾ ਦੇਵ। ਇਹ ਪਰਮ ਪਿਤਾ ਪਰਮੇਸ਼ਰ ਸੰਤਾਂ ਦੀ ਸੰਗਤ ਦੇ ਅੰਦਰ, ਸੰਤਾਂ ਦੀ ਮੰਡਲੀ ਦੇ ਅੰਦਰ ਜਬ ਭਗਤ ਕਰੈ ਸੰਤ ਮੰਡਲੀ, ਤਿੰਨ ਮਿਲ ਹਰ ਗਾਉਂ। ਮੇਰਾ ਮਨ ਵੀ ਚਾਹੁੰਦਾ ਏ ਜਿੱਥੇ ਸੰਤ ਮੰਡਲੀ ਪਰਮੇਸ਼ਰ ਤੇਰੀ ਬੰਦਗੀ ਕਰਦੀ ਏ। ਪਰ ਪਿਤਾ ਪਰਮੇਸ਼ਰ ਜਦੋਂ ਰੱਬੀ ਬੋਲਾਂ ਦੇ ਪ੍ਰਗਟ ਹੁੰਦੇ ਨੇ, ਪਾਤਸ਼ਾਹ ਕਹਿੰਦੇ ਨੇ ਵੀ ਪਰਮੇਸ਼ਰ ਕਹਿੰਦਾ ਮੇਰਾ ਜੀ ਚਿੱਤ ਕਰਦਾ ਹੈ ਮੈਂ ਵੀ ਸੰਤ ਮੰਡਲੀ ਦੇ ਵਿੱਚ ਜਾ ਕੇ ਉਹਨਾਂ ਦੀ ਪ੍ਰਾਣਾਂ ਦੇ ਅੰਦਰ ਬਾਣੀ ਦੇ ਰੂਪ ਅੰਦਰ ਪ੍ਰਗਟ ਹੋ ਜਾਂਦਾ ਹਾਂ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਪੋਥੀ ਪਰਮੇਸ਼ਰ ਕਾ ਥਾਨ। ਜੈਸੀ ਮੈਂ ਆਵੈ ਖਸਮੀ ਕੀ ਬਾਣੀ, ਤੈਸਰਾ ਕਰੀ ਗਿਆਨ ਵੀ ਬੁਲਾ ਲੋ। ਦਾਸਨ ਦਾਸ ਕਹਿ ਜਾਂ ਨਾਨਕ, ਜਿਹਾ ਤੂੰ ਕਰਾਏ ਤਿਹਾਂ ਕਰੀ ਬਖਿਆਨ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਦਾਸਾਂ ਦਾ ਦਾਸ, ਪਰਮੇਸ਼ਰ ਜੋ ਤੂੰ ਕਹਿੰਦਾ ਮੈਂ ਉਹ ਵਿਖਿਆਨ ਕਰਦਾ। ਦੂਜੇ ਪਾਸੇ ਧੰਨ ਗੁਰੂ ਦਾਸ ਮਹਾਰਾਜ ਕਹਿੰਦੇ ਨੇ ਦਾਸਨ ਦਾਸ ਤਿੰਨ ਤਨੈ ਰਵਿਦਾਸ ਦਾਸਾਨ ਦਾਸਾ। ਦਾਸਾਂ ਦੀ ਦਾਸ ਕੁਲ ਦੇ ਵਿੱਚ ਪੈਦਾ ਹੋਣ ਵਾਲਾ ਰਵਿਦਾਸ ਜੀ ਦੀ ਪਰਛਾਵੇਂ ਤੋਂ ਦੁਨੀਆ ਨੂੰ ਭੇਟ ਆਉਂਦੀ ਸੀ। ਆਦ ਪਰਮੇਸ਼ਰ ਤੇਰੇ ਨਾਮ ਸਿਮਰਨ ਸਦਕਾ ਰਾਜਗੁਰੂ
ਆ ਕਰਕੇ ਲੰਮੇ ਪੈ ਕੇ ਡੰਡੌਤਾਂ ਕਰਦੇ ਨੇ ਤੇ ਗੁਰੂ ਦੀਖਿਆ ਦੀ ਮੰਗ ਕਰਦੇ ਨੇ। ਗੁਰੂ ਦੀਖਿਆ ਪ੍ਰਾਪਤ ਕਰਕੇ ਤੇ ਗੁਰੂ ਸ਼ਬਦ ਨੂੰ ਕਮਾਉਂਦੇ ਨੇ ਤੇ ਮੰਨਦੇ ਵੀ ਨੇ, ਨਮਸਕਾਰਾਂ ਵੀ ਕਰਦੇ ਨੇ। ਤੇ ਸਾਧ ਸੰਗਤ ਜੀ, ਅੱਜ ਸਮਾਂ ਆਇਆ ਏ ਤੇ ਸਾਧ ਸੰਗਤ ਦੀ ਇਤਿਹਾਸ ਨੂੰ ਜਦੋਂ ਵਿਚਾਰਦੇ ਹਾਂ, ਬਹੁਤ ਸਾਰੇ ਧਾਰਮਿਕ ਗ੍ਰੰਥਾਂ ਨੂੰ ਜਦੋਂ ਵਿਚਾਰਦੇ ਹਾਂ, ਵੱਡੇ ਵੱਡੇ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਨੇ, ਪਰ ਮਹਾਨ ਵਿਦਵਾਨ ਪ੍ਰੋਫੈਸਰ ਲਾਲ ਸਿੰਘ ਜੀ ਸਾਧ ਸੰਗਤ ਜੀ, ਉਹਨਾਂ ਤੋਂ ਉਪਰੰਤ ਡਾਕਟਰ ਲੀਗਾ ਜੀ ਪਰਵਾਨਾ, ਪ੍ਰੋਫੈਸਰ ਲਾਲ ਸਿੰਘ ਜੀ ਜਿਹੜੇ ਗੌਰਮੈਂਟ ਕਾਲਜ ਹੁਸ਼ਿਆਰਪੁਰ ਵਿਖੇ ਸਰਕਾਰੀ ਅਹੁਦੇ 'ਤੇ ਬਿਰਾਜਮਾਨ ਰਹੇ ਨੇ। MA LLB ਜਿਨ੍ਹਾਂ ਨੇ ਬੇਅੰਤ ਪੁਸਤਕਾਂ ਲਿਖੀਆਂ ਨੇ ਤੇ ਧੰਨ ਗੁਰੂ ਰਵਿਦਾਸ ਮਹਾਰਾਜ ਜੀਵਨ 'ਤੇ ਉਹਨਾਂ ਨੇ ਸਤਿਗੁਰਾਂ ਦੇ ਜੀਵਨ ਨੂੰ ਜਿੰਨਾ ਪਰਖ ਕੇ ਸੰਗਤਾਂ ਦੇ ਸਾਹਮਣੇ ਰੱਖਿਆ ਏ। ਪਹਿਲੀ ਪੁਸਤਕ ਉਹਨਾਂ ਦੀ ਸ੍ਰੀ ਗੁਰੂ ਰਵਿਦਾਸ ਜੀ, ਉਹਨਾਂ ਦਾ ਗੁਰੂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੂਜੀ ਪੁਸਤਕ ਸ੍ਰੀ ਗੁਰੂ ਦਾਸ ਮਹਾਰਾਜ 40 ਸ਼ਬਦ ਬਾਣੀ, ਇੱਕ ਸਲੋਕ ਸਟੀਕ। ਉਸ ਤੋਂ ਉਪਰੰਤ ਸ੍ਰੀ ਗੁਰੂ ਦਾਸ ਇਤਿਹਾਸਕ ਜੀਵਨੀ ਉਹਨਾਂ ਨੇ ਲਿਖੀ। ਆਲ ਇੰਡੀਆ ਧਰਮ ਮਿਸ਼ਨ ਵੱਲੋਂ ਉਹਨਾਂ ਨੂੰ ਅਮੋਲ ਰਤਨ ਦਾ ਸਨਮਾਨ ਦੇ ਕੇ ਸਤਿਕਾਰ ਦਿੱਤਾ ਗਿਆ। ਤੇ ਸਾਸਨੀ ਉਹਨਾਂ ਨੇ ਬਹੁਤ ਸਾਰੇ ਗ੍ਰੰਥਾਂ ਦਾ ਨਿਰੀਖਣ ਕਰਕੇ ਜੋ ਤੱਤ ਕੱਢਿਆ ਏ, ਜੋ ਮਨ ਨੂੰ ਵੀ ਲੱਗਦਾ ਏ। ਤੇ ਸਾਧ ਸੰਗਤ ਜੀ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਜਦੋਂ ਪਰਮੇਸ਼ਰ ਦੇ ਭਗਤ ਜਿਹੜੇ ਨੇ, ਜਹ ਤੇਰਾ ਜਸ ਸਾਧੂ ਗਾਵੈ ਤੈ ਮੇਰਾ ਮਨ ਲੱਗਾ ਏ। ਪਰਮਪਿਤਾ ਪਰਮੇਸ਼ਰ ਵਚਨ ਕਰਦੇ ਨੇ ਕਿ ਜਦੋਂ ਭਗਤ ਜਨ ਰੱਬੀ ਦੀ ਬਾਣੀ ਦਾ ਅਲਾਪ ਕਰਦੇ ਨੇ, ਬੰਦਗੀ ਕਰਦੇ ਨੇ, ਪ੍ਰਭੂ ਜਸ ਕਰਦੇ ਨੇ, ਤੇ ਕਹਿੰਦੇ ਕਿ ਉੱਥੇ ਮੇਰਾ ਮਨ ਲੱਗ ਜਾਂਦਾ। ਜਬ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰ ਗਾਵੂੰ, ਕਹਿੰਦੇ ਮੈਂ ਵੀ ਉਹਨਾਂ ਦੇ ਵਿੱਚ, ਉਹਨਾਂ ਦੀ ਸਵਾਸਾਂ ਦੇ ਵਿੱਚ ਪ੍ਰਗਟ ਹੋ ਕੇ, ਭਾਵ ਜੀ ਨੂੰ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਦੀਓ, ਰੱਬ ਬੋਲਦਾ ਹੈ, ਪਰਮੇਸ਼ਰ ਬੋਲਦਾ ਹੈ। ਤੇ ਸਾਧ ਸੰਗਤ ਦੀ, ਅੱਜ ਸਮਾਂ ਆ ਗਿਆ ਏ, ਐਸੀ ਲਾਲ ਤੁਝ ਬਿਨ ਕੌਣ ਕਰੀ। ਤੇ ਸਾਧ ਸੰਗਤ ਦੀ, ਐਸੀ ਕਿਰਪਾ ਤੇਰੇ ਤੋਂ ਬਿਨਾਂ ਪਰਮਪਿਤਾ ਪਰਮੇਸ਼ਰ ਕੌਣ ਕਰ ਸਕਦਾ ਏ। ਤੇ ਸਾਧ ਸੰਗਤ ਦੀ, ਇਤਿਹਾਸ ਸਾਖੀ ਏ। ਧੰਨ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਤਰਲੋਚਨ ਜੀ, ਸਤਿਗੁਰੂ ਸਦਨਾ ਜੀ, ਸਤਿਗੁਰੂ ਸੈਨ ਜੀ, ਜਿਨ੍ਹਾਂ ਦਾ ਨਾਮ ਸਤਿਗੁਰੂ ਆਪਣੀ ਬਾਣੀ ਦੇ ਅੰਦਰ ਧੰਨ ਗੁਰੂ ਦਾਸ ਮਹਾਰਾਜ ਬੜੇ ਸਤਿਕਾਰ ਦੇ ਨਾਲ ਪ੍ਰਗਟ ਕਰਦੇ ਨੇ। ਐਸੀ ਰੱਬੀ ਰੂਹਾਂ ਜਿਨ੍ਹਾਂ ਨੇ ਪਰਮਪਿਤਾ ਪਰਮੇਸ਼ਰ ਦੇ ਨਾਲ ਅਭੇਦਤਾ ਪ੍ਰਾਪਤ ਕੀਤੀ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਚਨ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲਈ। ਜਿਨ੍ਹਾਂ ਨੂੰ ਦੁਨੀਆ ਸ਼ੀਂਬੇ ਕਹਿੰਦੀ ਸੀ, ਸ਼ੂਦਰ ਕਹਿੰਦੀ ਸੀ, ਜਿਨ੍ਹਾਂ ਨੂੰ ਮੰਦਰ ਦੇ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ, ਤੇ ਦੇਰੇ ਪਾਛੀ ਬੈਠਾ ਜਾਏ, ਦੇਰੇ ਦੇ ਪਿੱਛੇ ਜਾ ਕੇ ਪ੍ਰਭੂ ਚਰਨਾਂ ਦੀ ਬੰਦਗੀ ਦੇ ਅੰਦਰ ਕੀਰਤਨ ਐਸੇ ਲੀਨ ਹੋਏ ਨੇ, ਦੇਰਾ ਫਿਰਿਆ ਦੇਰ ਨਾ ਲਾਈ। ਅੱਜ ਤੱਕ ਉਹ ਦੇਰਾ ਫਿਰਿਆ ਹੋਇਆ ਹੈ ਤੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗਵਾਹੀ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਪਰਮਪਿਤਾ ਪਰਮੇਸ਼ਰ ਦੇ ਨਾਲ ਮਨ ਬਾਣੀ ਰਸਨਾ ਕਰਕੇ, ਵਚਨਾ ਕਰਕੇ ਸਤਿਗੁਰੂ ਨਾਮਦੇਵ ਜੀ ਐਸੇ ਲੀਨ ਹੋਏ ਨੇ, ਅਭੇਦ ਹੋਏ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਉਹਨਾਂ ਦੀ ਮਹਿਮਾ ਲਖੀ ਨਹੀਂ ਜਾ ਸਕਦੀ। ਆੜ ਨਾਮ ਕੋ ਸ਼ੀਪਰੋ, ਜਿਹਨੂੰ ਦੁਨੀਆ ਕਹਿੰਦੀ ਅੱਧੀ ਕੌਡੀ ਦਾ ਹੋਇਓ ਲਾਖੀਣਾ, ਉਹਦੀ ਤੇ ਕੀਮਤ ਹੀ ਕੋਈ ਨਹੀਂ ਪਾ ਸਕਦਾ। ਰੱਬ ਦੀ ਕੀਮਤ ਲਿਖਿਆ ਨਹੀਂ ਜਾ ਸਕਦਾ, ਇੰਨੀ ਕੁ ਮਹਿਮਾ। ਦੂਸਰਾ ਵਚਨ ਪਾਤਸ਼ਾਹ ਕਰਦੇ ਨੇ, ਬੁਨ ਨਾ ਤਨ ਨਾ ਤਿਆਗ ਕੀ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਪਇਓ ਗੁਣੀ ਗਹੀਰਾ। ਜਿਹਨੂੰ ਦੁਨੀਆ ਕਹਿੰਦੀ ਜਲਾਇਆਂ ਦਾ ਪੋਤੇ ਜਲਾਇਆ ਹੀ, ਤੇ ਸਤਿਗੁਰੂ ਕਬੀਰ ਜੀ ਕਹਿੰਦੇ ਨੇ, ਆਪ ਤੋਂ ਜੜਿਆ ਜਾਇ ਚੜ੍ਹਿਆ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਣੀ। ਦੁਨੀਆ ਦੇ ਭਾਣੇ ਤੇ ਜਲਾਏ ਤੁਰਿਆ ਫਿਰਦਾ ਹੈ, ਸ਼ੂਦਰ ਹੀ ਆ। ਤੀਸਰਾ ਵਚਨ ਪਾਤਸ਼ਾਹ ਵਚਨ ਕਰਦੇ ਨੇ, ਮੁੰਨਾ ਤੰਨਾ ਤਿਆਗੀ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਪਇਓ ਗੁਣੀ ਗਹੀਰਾ। ਰਵਿਦਾਸ ਢੁਮੰਤਾ ਟੂਰ ਨਿਤਿਨ ਤਿਆਗੀ ਮਾਇਆ। ਰਵਿਦਾਸ ਜੀ ਨੂੰ ਦੁਨੀਆ ਸ਼ੂਦਰ ਹੀ, ਅਤ ਨੀਚ ਜਿਹਨੂੰ ਕਹਿੰਦੇ ਨੇ, ਪਰਛਾਵੇਂ ਤੋਂ ਪਿੱਟ ਮੰਨਦੀ, ਜਿਹੜਾ ਬਨਾਸ ਦੇ ਆਸ-ਪਾਸ ਮਰੇ ਹੋਏ ਪਸ਼ੂਆਂ ਨੂੰ ਢੋਂਦਾ ਏ ਤੇ ਕਰਮ ਕਰਦਾ। ਤਿੰਨ ਤਿਆਗੀ ਮਾਇਆ, ਉਹਨੇ ਸੰਸਾਰ ਦੇ ਧੰਦੇ ਤਿਆਗ ਦਿੱਤੇ ਨੇ, ਛੱਡ ਦਿੱਤੇ ਨੇ, ਤੇ ਨਿਰੰਕਾਰ ਦੇ ਨਾਲ ਪਿਆਰ ਪਾ ਲਿਆ, ਨਿਰੰਕਾਰ ਦੇ ਚਰਨਾਂ ਵਿੱਚ ਅਭੇਦ ਹੋ ਗਏ। ਪ੍ਰਗਟ ਹੁਆ ਸਾਧ ਸੰਗ, ਉਹ ਪਰਮੇਸ਼ਰ
सचियार पुरुषों की संगत करके प्रगट कर लिया, हर दर्शन पाया, उसका प्रतख दर्शन प्राप्त किया। प्रगट हुआ साध संग हर दर्शन पाया, सैन नाई पुतकारी आऊ, घर घर सुनिया। सैन जी जिन्होंने दुनिया नाई समझी रही, राजे की मालिश करते हैं, रात को बंदगी करते हैं, साधुओं की सचियार पुरखों की सेवा करते हैं। तो एक दिन रब उन्होंने रूप धार के बादशाह की मालिश कर चलिया। सैन नाई पुतकारी आओ, घर घर सुनिया, हिरदी बसिया, पार ब्रह्म भगतां मैं गुणिया। ए बुद्ध सुन कै जट रू उठ भगती लगा, मिलै प्रतख गुसाइयां। इन्हां सतपुरुषां सचियार पुरुषां नूं देख के धन्ना जट भी बंदगी दे विच लग गया। धन्ने धन पाया तरणी तर मिल जन संत समानिया। वो परपिता परमेश्वर अकाल पुरख के प्रतख दर्शन प्राप्त होए धन्ना जी। ये साध संगत जी इतिहास साखी धन गुरु ग्रंथ साहिब के वचन ने, धन धन भाग तिना भगत जिन्ना, हर नामा हर मुख कहते हैं। उन्होंने भगत जिन्हों धन धन कहना बनता है, धन धन उन्होंने का आना है जिहड़े मुख तो परमेश्वर तेरा नाम कहते हैं, जपते हैं, अलाउंदे हैं। धन धन भाग तिना संत जना, हर जा सरवणी सुनते आओ। वो संतां नूं धन धन कहना बनता है, धन धन उन्होंने का आना है जिहड़े परमेश्वर तेरा जस कन्ना दे नाल सुनते हैं। धन धन भाग तिना साध जना, हर कीर्तन गाई गुणी जन बनते आ। वो साधु जन सतियार पुरुष धनता जोग ने, धन धन ने जिहड़े तेरी महिमा कीर्तन करते हैं। तो साध संगत पातशाह कहते हैं तेरा गुणों का खजाना हो निपड़दे। अगे पातशाह बचन करते हैं, धन धन भाग तिना गुरमुखा, जो गुरसिख लै मन जिणते आ। वो गुरमुख भी धन धन ने जिहड़ा तेरी सिक्ख्या ग्रहण कर लेंदे ने ते अपने मन को जित लेंदे ने, ते उन्हां दा रूप धार के भी तूं संगतां विच वरतदा है। सब तो वड्डी भाग गुर सिखां की, जो गुर चरणी सिख पढ़ते आ। सब तो वड्डी भाग गुर सिखां दी जिन्हें परमेश्वर तेरी शरणी पै जाते, तेरी शरण पै के अपना जीवन सफल कर लेंदे ने। उसे नूं पातशाह कहंदे ने, नाम रहिऊ साधु रहिऊ रहिऊ गुर गोबिंद, कहो नानकी जगत मैं किन जपीऊ गुरवंतु। नाम जप, नाम रहना है, नाम जपण वाले साधु पुरुष रहने ने। नाम रहिऊ साधु रहिऊ रहिऊ गुर गोबिंद, ते जिन्हां नूं परमेश्वर तो गुरु के रूप धरती प्रगट किया है, वो सदैव ही रहिंदे ने। रहिऊ गुर गोबिंद कहो नानकी जगत मैं किन जपीऊ गुरमंत। जिन्हां जिन्हां ने भी तेरा नाम ध्याया है, वो धरती सदैव काल उन्हां दी याद रहिंदी, उन्हां नूं तूं अमर पद भी बख्श दिंदा। ते ऐसे महान महापुरुष सतगुरु नामदेव जी, सतगुरु कबीर जी, सतगुरु रविदास जी, सतगुरु सैन जी, सतगुरु धन्ना जी, जिन्होंने सतगुरु गुरु अर्जन देव पातशाह बचन करते हैं अकाल पुरख के नाल अभेदता प्राप्त की। तो सासन जी पातशाह बचन करते हैं, ऐसी लाल तुझ बिन कौन करी। तो साध संगत जी ऐसी लाल भाव जो सतगुरु नामदेव जी साध संगत जी जिन्हां वास्ते भाई साहब भाई गुरदास जी के वचन हैं, कम कितु पिउ चलिया नाम दी उत्ते आख सिधाया, ठाकर दी सेवा करी दूध पियावण कह समझाया। पिता नूं किते काम पै गया, पुत्र नामदेव नूं आख्या पुत्र गऊ चौकी पहला ठाकरां दे इशनान करके भोग लवाउणा है। ते भाई साहब वचन करते ने, निश्चौकार आराध्या कोई दयाल दरस दिखलाया, भरी कटोरी दुध दी नाम दी लै दुध पियाया। निश्चौकार आराध्या अगे साहब के वचन हैं, नामे देख नारायण हसी, एक भगत मेरे हृदय वसी। सतगुरु नाम जी कहते मेरे हृदय अंदर विश्वास सी, तो कहते रब हस पिया। रब ने आप हाजिर हो के प्रताप की दुध पीता। तो जो बादशाह की कोई गल पहुंची ना समय के, बादशाह मुहम्मद बिन तुगलक को कहते उन्हें गऊ जीवा हो के की सामने लिया रख दिते। कहते बिस्मल गऊ दीव जीवाई, नातर मारो गर्दन ठाई। बिस्मल किया न जीवै कोई, कर है राम होई है सोई। सतगुरु नामदेव जी कहते ने कभी जीवा किया है जीव पहला जींदा होया, कहते नहीं। फिर कहते जे नहीं करेगा तो तेरी जी धौण है धड़ तो अलग की जाएगी। तो अकाल पुरख जिहदे नाल प्रेम है, जिहदे नाल अभेदता है, वो कहते ने कर है राम होई है सोई। अलहाम होया अकाल पुरख दा, कहते कह दे रब करिता हो सकता। इतिहास साखी धन सतगुरु नामदेव जी आप आखते ने, गऊ दुहाई बछड़ा मीर, दूध दोई जो मटकी भरी लै बादशाह की आज्ञा तरी। बादशाह महल में जाई औकट की कट लागी आई।
ਤੇ ਸਾਧ ਸੰਗਤ ਜੀ ਉਹ ਗਊ ਜਿਹੜੀ ਏ ਜੀਵਤ ਹੋ ਜਾਂਦੀ ਏ, ਸਾਧ ਘੜੀ ਦਾ ਬੀਤੀ ਸੁਣੀ, ਅਜੋ ਨਾ ਉਤਰੈ ਪੰਤਣੀ ਪਾਖੰਤਨ ਬਾਜ ਵਜਾਏ ਲੈ, ਗੜ ਚੜੇ ਗੋਬਿੰਦ ਆਏ ਲਾ। ਤੇ ਸਾਧ ਸੰਗਤ ਜੀ ਕਹਿ ਤਾਂ ਧਰਨ ਅਕੋਡੀ ਕਰੋ, ਕਹੋ ਤਾਂ ਲੀ ਕਰੂ ਪਰ ਧਰੋਂ, ਕਹੂੰ ਤਾਂ ਮੋਈ ਗਊ ਦਿਉ ਜੀਵਾਏ, ਸਭ ਕੋ ਦਿਖੈ ਪਤੀ ਆਏ, ਨਾਮਾ ਪ੍ਰਣਵੈ ਸੇਲ ਮਸੀਲ ਗਊ ਦੁਹਾਈ ਬਛਰਾ ਮੇਲ। ਇਤਿਹਾਸ ਸਾਖੀ ਹੈ ਕਿ ਗਊ ਜਿਉਂਦੀ ਹੁੰਦੀ ਏ ਤੇ ਸਭ ਭਾਵ ਪ੍ਰਤੱਖ ਸਤਿਗੁਰੂ ਨਾਮਦੇਵ ਜੀ ਨੂੰ ਰੱਬ ਦਿਸਦਾ ਏ ਤੇ ਦੁਨੀਆ ਆਪਣੇ ਵਰਗ ਨਹੀਂ। ਇਸ ਤਰ੍ਹਾਂ ਰੱਬ ਦੇ ਨਾਲ ਰੱਬ ਦੇ ਪਿਆਰੇ ਅਭੇਦ ਹੋ ਜਾਂਦੇ ਨੇ, ਜੋ ਸਦੀਵੀ ਅਮਰ ਪਦਵੀ ਜਿਹਨੂੰ ਕਹਿੰਦੇ ਸਦੀਵੀ ਰਹਿੰਦੇ। ਤੇ ਅੱਜ ਸਾਧ ਸੰਗਤ ਜਦੋਂ ਸਮਾਂ ਆਇਆ ਨਾ ਤੇ ਸਾਧ ਸੰਗਤ ਜਿਹੜੇ ਸਰੀਰਕ ਤੌਰ ਤੇ ਇਸ ਧਰਤੀ ਤੇ ਨਹੀਂ ਪਰ ਅਮਰ ਪਦਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਭੇਜ ਚੁੱਕੇ ਨੇ, ਹੋ ਚੁੱਕੇ ਨੇ। ਧੰਨ ਸਤਿਗੁਰੂ ਨਾਮਦੇਵ ਦੀ, ਸਤਿਗੁਰੂ ਕਬੀਰ ਦੀ, ਸਤਿਗੁਰੂ ਤਰਲੋਚਨ ਜੀ, ਸਤਿਗੁਰੂ ਸੈਣ ਜੀ ਤੇ ਸਤਿਗੁਰੂ ਧੰਨਾ ਜੀ, ਪੰਜ ਮਹਾਂਪੁਰਸ਼। ਅਕਾਲ ਪੁਰਖ ਜਿਹਨੂੰ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੀਖੇ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬਰਭੰਡ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੀਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਭਾਰਾ ਤੀਰ ਸੁਨਿਆਰ, ਅਹਰਣ ਮਤ ਬੀਦਤ ਯਾਰ, ਭਉ ਕਲਾ ਅਗਨ ਤਪਤਾਉ ਭਾਂਡਾ ਪੋ ਅੰਮ੍ਰਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿੱਥੇ ਪਰਮਪਿਤਾ ਪਰਮੇਸ਼ਰ ਸ਼ਬਦ ਰੂਪ ਪ੍ਰਗਟ ਹੁੰਦਾ ਹੈ, ਹਲਾਉ ਧਾਰਦਾ ਏ, ਲੱਖ ਇੱਕ ਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਹਾਉ। ਇੱਕ ਅਕਾਲ ਪੁਰਖ ਜਿੱਥੋਂ ਆਪਣਾ ਵਿਰਾਟ ਰੂਪ ਧਾਰ ਕੇ 84 ਲੱਖ ਜੂਨਾਂ ਦਾ ਬਹਿਣ ਸ਼ਬਦ ਦੁਆਰਾ ਧਾਰਨ ਕਰਦਾ ਏ, ਉੱਥੇ ਹੀ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰੇ ਜਿਹੜੇ ਪਰਮ ਪਦਵੀ ਅਮਰ ਪਦਵੀ ਪ੍ਰਾਪਤ ਕਰ ਲੈਂਦੇ ਨੇ। ਤੇ ਸਾਧ ਜੀ ਨੂੰ ਪਾਤਸ਼ਾਹ ਕਹਿੰਦੇ ਨੇ, ਕਬੀਰ ਸੀਵਾ ਕੋ ਦੋ ਪਲ ਇੱਕ ਸੰਤ ਇਕ ਨਾਮ, ਰਾਮ ਜੁ ਦਾਤਾ ਮੁਕਤੁ ਸੰਤ ਜਪਾਵੈ ਨਾਮ, ਸਤ ਗੋਬਿੰਦ ਕਾ ਇੱਕ ਹੈ ਕਾਮ। ਤੇ ਸਾਧ ਜੀ ਉਹ ਅਵਸਥਾ ਦੇ ਅੰਦਰ ਪੰਜ ਮਹਾਂਪੁਰਸ਼ ਪਰਮਪਿਤਾ ਪਰਮੇਸ਼ਰ ਦੇ ਚਰਨਾਂ ਵਿੱਚ ਸੱਚਖੰਡ ਵਿੱਚ ਵਿਰਾਜਦੇ ਨੇ। ਤੇ ਅੱਜ ਅਕਾਲ ਪੁਰਖ ਪਰਮਪਿਤਾ ਪਰਮੇਸ਼ਰ ਦਾ ਸੁਨੇਹਾ ਸੰਦੇਸ਼ਾ ਲੈ ਕੇ ਸਾਧ ਸੰਗਤ ਦੀ ਪਰਮਪਿਤਾ ਪਰਮੇਸ਼ਰ ਅਕਾਲ ਸੁਨੇਹਾ ਦਿੰਦੇ ਨੇ ਕਿ ਜਾਓ ਤੁਸੀਂ ਪੰਜ ਮਹਾਂਪੁਰਸ਼, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਟੇ ਪਾਵੈ ਦਰਗਾਹ ਮਾਂ, ਪੰਚਾ ਸੂਹਾਂ ਦਰ ਜਾਨ, ਪੰਟਾਂ ਕਾ ਗੁਰ ਏਕ ਧਿਆਨ। ਕਿ ਤੁਸੀਂ ਜਾਣਾ ਏ, ਜਾ ਕੇ ਰਵਿਦਾਸ ਜੀ ਨੂੰ ਬੇਨਤੀ ਕਰੋ ਕਿ ਅੱਜ ਤੋਂ 21ਵੇਂ ਦਿਨ ਤੁਸੀਂ ਇਸ ਸਰੀਰ ਨੂੰ ਅਲਵਿਦਾ ਕਹਿ ਕੇ ਅਕਾਲ ਪੁਰਖ ਪਰਮਪਿਤਾ ਦਾ ਸੁਨੇਹਾ ਹੈ ਕਿ ਤੁਸੀਂ ਇੱਥੇ ਆਉਣਾ, ਸੱਚਖੰਡ ਵਿਸੇ ਬਿਰਾਜਣਾ, ਇਹ ਸੁਨੇਹਾ ਦੇਣਾ। ਤੇ ਸਾਧ ਸੰਗਤ ਜੀ ਜਦੋਂ ਪੰਜੇ ਮਹਾਂਪੁਰਸ਼ ਅਮਰ ਪਦਵੀ ਤੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਸਤਿਗੁਰੂ ਦਾਸ ਮਹਾਰਾਜ, ਸਾਧ ਸੰਗਤ ਜਿਨ੍ਹਾਂ ਦੀ ਪਦਵੀ ਹੈ, ਸਾਧ ਸੰਗਤ ਦੀ ਧੰਨ ਗੁਰੂ ਦਾਸ ਮਹਾਰਾਜ ਦੀ ਬਚਨਾਂ ਪਦਵੀ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਰਵਿਦਾਸ ਠਾਕੁਰ ਖੁਦ ਖੁਦਾ ਦਾ ਰੂਪ ਇਸ ਧਰਤੀ 'ਤੇ ਪ੍ਰਗਟ। ਤੇ ਜਦੋਂ ਆਉਂਦੇ ਨੇ ਉਹਨਾਂ ਨੂੰ ਜੀ ਆਇਆ ਕਹਿੰਦੇ ਨੇ। ਕਿ ਸਾਧ ਸੰਗਤ ਜੀ ਅੱਜ ਜਦੋਂ ਪੰਜ ਪ੍ਰਵਾਨ, ਪੰਜ ਪ੍ਰਧਾਨ ਦਰਸ਼ਨ ਕੀਤੇ ਨੇ ਨਾ ਸਤਿਗੁਰੂ ਦਾਸ ਮਹਾਰਾਜ ਪਿੰਡਾਂ ਮਹਾਂਪੁਰਸ਼ਾਂ ਦੀ, ਸਾਧ ਸੰਗਤ ਜੀ ਸੂਖਮ ਸਰੂਪ ਦੇ ਅੰਦਰ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਤਾਰ ਜਿਨ ਸਦਲੀ ਮੋਹੀ। ਸੂਖਮ ਸਰੀਰ ਦੇ ਅੰਦਰ ਜਦੋਂ ਦਰਸ਼ਨ ਕੀਤੇ ਨੇ ਤੇ ਬਚਨ ਕਹਿ ਦਿੱਤਾ, ਐਸੀ ਲਾ ਤੁਝ ਬਿਨ ਕੌਣ ਕਰੀ। ਆ ਸੰਸਾਰ ਦੀ ਤੇ ਛਤਰ ਝੋਲੇ ਸਨ, ਸੰਸਾਰ ਦੇ ਅੰਦਰ ਤੇ ਰਾਜਗੁਰੂਆਂ ਦੀ ਪਦਵੀ, ਪਾਤਸ਼ਾਹਾਂ ਦੀ ਪਾਤਸ਼ਾਹੀ ਛਤਰ ਝੁੱਲਦਾ ਸੀ। ਪਰ ਅੱਜ ਜਿਹੜੀ ਆ ਅਗੰਮੀ ਬਖਸ਼ਿਸ਼ ਕੀਤੀ ਹੈ ਪਰਮੇਸ਼ਰ, ਕੀ ਕਹਿਣੇ ਆ ਅਕਾਲ ਪੁਰਖ ਤੇਰੀ। ਐਸੀ ਲਾਲ ਤੁਝ ਬਿਨ, ਇਹ ਤੇਰੇ ਤੋਂ ਬਿਨਾਂ ਕੌਣ ਕਰ ਸਕਦਾ ਸੀ। ਐਸੀ ਲਾਲ ਤੁਝ ਬਿਨ ਕੌਣ ਕਰੀ, ਗਰੀਬ ਨਿਵਾਜ ਗੁਸਈਆਂ ਮੀਰਾ। ਮਾਥੈ ਛਤਰ ਧਰੀ, ਇਹ ਧਰਤੀ ਦਿਆ ਮਾਲਕਾ ਗੋਸਾਈਆਂ, ਮਾਥੈ ਛਤਰ ਧਰੀ। ਤੂੰ ਪਾਤਸ਼ਾਹਾਂ ਦੀ ਪਾਤਸ਼ਾਹ ਅਮਰ ਪਦਵੀ ਦਾ ਛਤਰ ਧਰਨ ਲਈ ਅੱਜ ਮਿਹਰਮਤ ਕੀਤੀ ਹੈ। ਕਿਆ ਕਹਿਣੇ ਆ। ਗਰੀਬ ਨਿਵਾਜ ਗੁਸਈਆਂ ਮੀਰਾ, ਮਾਥੈ ਛਤਰ ਧਰੀ। ਤੇ ਸਾਸੀ ਦੂਸਰੇ ਪਾਸੇ ਬਚਨ ਹਨ, ਸਾਈਂ ਨਾਮ ਅਮੂਲ। ਮਾਲਕ ਦਾ ਨਾਮ ਅਮੋਲਕ ਹੈ, ਕੀਮਤ ਨਾ ਕੋਈ ਜਾਣ ਦੂ। ਉਹਦੀ ਕੀਮਤ ਕੋਈ ਕੀ ਜਾਣ ਸਕਦਾ। ਜਿੰਨਾ ਭਾਗ ਮੱਥਾ ਹੜੀ, ਸੇ ਨਾਨਕ ਹਰ ਰੰਗ ਮਾਣ ਦੂ। ਜਿਨ੍ਹਾਂ ਦੇ ਮੱਥੇ ਦੇ ਭਾਗ ਜਗ ਪੈਂਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਤੇਰੇ ਪ੍ਰੇਮ ਨੂੰ, ਤੇਰੀ ਰਹਿਮਤ ਨੂੰ ਮਾਣਦੇ ਨੇ ਤੇ ਅਮਰ ਪਦਵੀ ਪ੍ਰਾਪਤ ਕਰ। ਅੱਜ ਸਾਸਨੀ ਪਾਤਸ਼ਾਹ ਨੇ ਬਚਨ ਕਹਿ ਦਿੱਤਾ,
पंज महापुरुषों के दीदार किए। तो साध संगत जी, प्रभ को सिमरन सी तनवंती, प्रभ को सिमरन सी पतवंत, प्रभ को सिमरन सी जन प्रवान, प्रभ को सिमरन सी पुरख प्रधान, से सिमरन जन आप दयाला, नानक जन की मंग। ऐसे परमेश्वर तेरे दासां दी मैं भी दयालता चाहुंदा, मेहरामत चाहुंदा, प्रेम भरे आशीर्वाद चाहुंदा। ते साध संगत जी, अज साहब ने वचन कह दिता है, गरीब निवाज गुसैया मीरा माथा छतर तरੈ, जाकी छूत जगत को लागै, तां पर तुही टरै। जिन्हां दी परछावें तो दुनिया नूं पैट आउंदी सी, ਜਿਹੜੇ ਕਹਿੰਦੇ ਸੀ ਸ਼ੂਦਰ परमेश्वर की प्राप्ति तक की बंदगी तक की वो तो पढ़ नहीं सकता, ये तो परमेश्वर तैं कृपा की। नीच ऊच कर मीरा गोबिंद, अत दी नीच सां पातशाह ते आप वचन करते ने, तुम मखतूल सपै सपैल हम वापरी जस कीड़ा। तू तो सफैद पीला बेदाग रेशम, असी तो कीड़िया की तरह, हम वापरी जस कीड़ा। माधो सत संगत सरन तुम्हारी, हम औगण तुम उपकार। असी तो औगणा दे भरे हुए सां, तू परोपकार कर दिता है। माधो सत संगत शरण हमारी, हम माधो सत संगत शरण तुम्हारी, हम औगण तुम उपकारी। ते साध संगत जी, साहब जी ने वचन कह दिता सी, जो हम बांधी मुँह पास, हम प्रेम बंधन तुम बांधी, अपने छूटन को जतन करू, हम छूटी तुम आराधी। साध संगत जी, असी तो तेरा सिमरन करके मूँह माया के जाल चों निकल गए हाँ, साडे प्रेम चों तू नहीं निकल। ऐसी प्रेम की डोरी कि साध संगत जी पातशाह दी वचन हन, तुमरी भजन कटै जम फासा, भगत हीत गावै रविदासा। सतगुर वचन करते ने, मूँह जम डंड ना लगे तजीले सर्व जंजाल। सानू जम का डंडा नहीं लग सकता, जम तो नेड़े भी नहीं आ सकता, क्योंकि रविदास जमै जपै राम नामा, मुँह जम सिउ नाही कम। जम का की काम है साध संगत जी, क्योंकि लोग गंठ गंठ खराबी गूचा, होम बिन गांठी जाई पहुँचा। सासनी पातशाह कहते दुनिया की बड़िया गंढ तुप्पां कर दईए, असीं तो परमेश्वर की रहमत सदका ही परमेश्वर की दीदार परमेश्वर की प्राप्ति कर ली। तो साहब ते वचन करते हैं, मानुखा अवतार दुर्लभ ही संगत पूत, जी जंत जहाँ जहाँ लग कर्म की बस जाई, काल पास बद लागी कछ न चली उपाय। रविदास दास उदा ताज भरम, तपन तप गुर ज्ञान, भगत जन पै हर परमानंद करू निधान। ये परम आनंदी बख्श कर परमेश्वर, तू अपने भगतों का डर दूर कर, कि वो परम आनंदी बख्श जिन्हें परम पदवी अमर पद की प्राप्ति अज वचन करते हैं। नीच ऊच करी मेरा गोबिंद, काहू ती न डर। आ तो परमेश्वर तैं जिन्होंने आप कहते हैं ना आनंद बन दिते है। नीच ऊच जिस नीच को कोई ना जाने, नाम जप तो चौकट मान। हर जीव निमाणिया तू मान, निची दियां चीज करी मेरा गोबिंद, तेरी कुदरत को कुरबान। हर मन तन वसिया सोई, जय जयकार करी सब कोई। तू भारू स्वामी मेरा, संतां परवासा तीरा। हों कुर्बान जाई तेरे नाम, जिसना बख्श लाई मेरी प्यारी सूजस तीरा गावै। इसे वचन करते ने, तू भारू स्वामी मेरा, संतां परवासा तीरा। तू वड्डा मालक है, संतां परवासा तीरा। संतां नूं केवल तेरे ते विश्वास है, भरोसा ही दृढ़ विश्वास है। इसलिए नानक प्रभ सरनाई, मुख निंद की चाई। जिहड़े कहंदे सी चमार शूदर की बंदगी कर सकदा है, ते अज उन्हां निंदकां दे मुख ते प्रतख लाणतां पैंदे ने। इस साहब गुरु नानक पातशाह दे वचन कि उन्हां नूं परम पिता परमेश्वर राज गुरु ते साध संगत सिर शाह पातशाह का पातशाह ताप के सिर ते छत्र झुला दिंदा है अमरपत। अड पातशाह वचन करते हैं, नीत्या ऊच करी मेरा गोबिंद, काहू ती न डरी। नामदेव कबीर तरलूचना, सदना सैन तरी। कह रविदास सुणूरी, संतु हर जीव ती सबै सर। पातशाह
ਨੀਵਿਆਂ ਨੂੰ ਉੱਚਾ ਤੁੰਝਿਓ ਕਰ ਸਕੇ। ਤੇ ਤੂੰ ਇਹ ਕਰਦਾ ਹੋਇਆ ਕਿਸੇ ਦਾ ਡਰ ਵੀ ਨਹੀਂ ਰੱਖਦਾ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਤੇ ਸਤਿਸੰਗ ਦੀ ਅੱਜ ਕਿਰਪਾ ਕਰ ਦਿੱਤੀ ਪਰਮੇਸ਼ਰ ਨੇ। ਭੈ ਜਮਾ ਗਤ, ਜਿੱਥੇ ਦੁਨੀਆ ਦਾ ਕਿਸੇ ਚੀਜ਼ ਦਾ ਡਰ ਹੀ ਨਹੀਂ, ਭਗਤ ਭੈ ਜਮਾ ਗਤ ਕੇਵਲ ਪਾਰ ਬ੍ਰਹਮ ਪਰਮੇਸ਼ਰ ਉਹ ਪਦਵੀ ਪ੍ਰਾਪਤ। ਭਗਤ ਤੇਰੀ ਮਨ ਭਾਂਗਦੀ, ਦਰ ਸੋਹਣ ਕੀਰਤ ਗਾਵਦੀ। ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇਰਾ। ਉੱਥੇ ਤੇ ਪਾਤਸ਼ਾਹ ਨੇ ਕਿਹਾ ਤੂੰ ਭਗਤਾਂ ਕੇ ਬਸ, ਪਰਮੇਸ਼ਰ ਤੂੰ ਭਗਤਾਂ ਦੇ ਬਸ ਵਿੱਚ ਆ ਤੇ ਭਗਤਾਂ ਤਾਣ ਤੇਰਾ। ਇਸ ਲਈ ਸਾਹਿਬ ਨੇ ਆਖਿਆ ਸੀ ਸਤ ਸੰਗਤੀ ਹਰ ਆਰਾਧੀ, ਸਤ ਸੰਗਤੀ ਹਰ ਤਨ ਖੱਟੀਐ, ਹੂਰ ਥੈ ਹੂਰ ਤੋਂ ਪਾਈ ਕਿਤੇ ਨਾ ਪਾਈ। ਹਰ ਰਤਨੇ ਕਾ ਵਪਾਰੀਆ, ਹਰ ਰਤਨ ਧਨ ਬਿਹਾਡੇ, ਕੱਚੀ ਕੀ ਵਪਾਰੀ ਬਾਕ ਹਰ ਤਨ ਲਿਆ ਨਾ ਜਾਈ। ਹਰ ਤਨ ਰਤਨ ਦੇ ਵੀਹਰ ਮਾਣਕ, ਹਰ ਤਨੈ ਨਾਲ ਅੰਮ੍ਰਿਤ ਬੀਲੇ ਬੱਤੈ। ਹਰ ਭਗਤੀ ਹਰ ਲਿਵ ਲਾਈ, ਹਰੀ ਦੀ ਭਗਤਾਂ ਨੇ ਅੰਮ੍ਰਿਤ ਬੀਲੇ ਮਨੁੱਖਾ ਜਨਮ ਰੂਪੀ ਅੰਮ੍ਰਿਤ ਬੀਲੇ ਦੇ ਅੰਦਰ ਪਰਮੇਸ਼ਰ ਤੇਰੇ ਚਰਨਾਂ ਦੇ ਸ਼ਬਦ ਦੇ ਅੰਦਰ ਐਸੀ ਲਿਵ ਲਾਈ ਏ ਕਿ ਪਾਤਸ਼ਾਹ ਤੂੰ ਉਹਨਾਂ ਨੂੰ ਆਪਣੇ ਸਿਮਰਨ ਦਾ ਖਜ਼ਾਨਾ, ਜਿਹਨੂੰ ਧੰਨ ਗੁਰਦਾਸ ਜੀ ਕਹਿੰਦੇ ਨੇ ਮੈਂ ਰਾਮ ਨਾਮ ਤਨ ਲਾਦਿਆ ਬਿਕਲਾਦੀ ਸੰਸਾਰ, ਉਹ ਬਣਜਾਰੂ ਰਾਮ ਕੂ ਮੇਰਾ ਟਾਂਡਾ ਲਾਦਿਆ ਜਾਈ ਰੀ। ਉੱਥੇ ਵੀ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ ਇਸ ਹਰ ਧਨ ਕਾ ਸ਼ਾਹ ਹਰ ਆਪੈ ਸੰਤੋ, ਜਿਸਨੋਂ ਦੀ ਸੂ ਹਰ ਧਨ ਲੱਦ ਚਲਾਈ। ਇਸ ਪਰਮੇਸ਼ਰ ਇਸ ਨਾਮ ਧਨ ਦਾ ਮਾਲਕ ਤੂੰ ਖੁਦ ਹਾਂ। ਜੇ ਕਿਤੇ ਕਿਸੇ ਨੂੰ ਦੇ ਦਿੰਦਾ ਨਾ ਤੇ ਫਿਰ ਸ਼ੂਦਰਾਂ ਤੇ ਹੱਥੇ ਨਹੀਂ ਸੀ ਆਉਣਾ। ਇਸ ਲਈ ਉਹ ਪਰਮ ਪਿਤਾ ਪਰਮੇਸ਼ਰ ਇਸ ਹਰ ਧਨ ਕਾ ਸ਼ਾਹ ਹਰ ਆਪੈ ਸੰਤੋ, ਇਸ ਪਰਮੇਸ਼ਰ ਦੇ ਨਾਮ ਧਨ ਦਾ ਮਾਲਕ ਖੁਦਾ ਆਪ ਹੈ ਅਕਾਲ ਪੁਰਖ। ਜਿਸ ਨੌਂਦੀ ਸੂ ਹਰ ਧਨ ਲੱਦ ਚਲਾਈ, ਜਿਨ੍ਹਾਂ ਨੂੰ ਵੀ ਦਿੰਦਾ ਏ ਉਹ ਇਸ ਧਨ ਦੀ ਪ੍ਰਾਪਤੀ ਕਰਕੇ ਦੁਨੀਆ ਤੇ ਵੰਡਦੇ ਨੇ ਤੇ ਹੋਕਾ ਦੇ ਦਿੰਦੇ ਨੇ, ਕਹਿ ਦਿੰਦੇ ਨੇ ਮੈਂ ਰਾਮ ਨਾਮ ਤਨ ਲਾਦਿਆ ਬਿਕਲਾਦੀ ਸੰਸਾਰ, ਹਉ ਬਣਜਾਰੂ ਰਾਮ ਕੂ ਸਹਿਜ ਕਰੂ ਵੈਪਾਰ। ਤੇ ਅੱਜ ਬਚਨ ਕਹਿ ਦਿੱਤਾ ਪਾਤਸ਼ਾਹ ਨੀਚਿਆਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੀ। ਨੀਚਿਆਂ ਨੂੰ ਤੂੰ ਹੀ ਉੱਚਾ ਕਰਨ ਵਾਲਾ ਤੇ ਕਰਦਾ, ਕਿਸੇ ਤੋਂ ਡਰਦਾ ਵੀ ਨਹੀਂ। ਸਤਿਸੰਗ ਦੇ ਅੱਗੇ ਬਚਨ ਆਉਂਦੇ ਨੇ ਨਾਮਦੇਵ ਕਬੀਰ ਤਰਲੋਚਨ ਸਦਨਾ ਸੈਨ ਧਰੀ। ਨਾਮਦੇਵ ਜੀ, ਕਬੀਰ ਜੀ, ਸਦਨਾ ਜੀ, ਸੈਣ ਜਿਹਨੂੰ ਦੁਨੀਆ ਕਸਾਈ ਸਮਝਦੀ, ਇਹ ਪਰਮੇਸ਼ਰ ਤੇਰੀ ਰਹਿਮਤ ਸਦਕਾ ਤੇਰੀ ਮਿਹਰਾਮਤ ਪ੍ਰਾਪਤ ਕਰਕੇ ਤੇਰੇ ਚਰਨਾਂ ਵਿੱਚ ਭੇਜ ਦਿੰਦਾ। ਕਹਿ ਰਵਿਦਾਸ ਸੁਣੋ ਰੀ ਸੰਤੋ ਹਰ ਜੀਉ ਤੀ ਸਭੈ ਸਾਰੀ। ਪਰਮੇਸ਼ਰ ਕੋਲ ਸਭ ਕੁਝ ਸਰਦਾ ਏ ਤੇ ਅੱਜ ਸੂਖਮ ਰੂਪ ਦੇ ਅੰਦਰ ਤੇ ਸਤਿਸੰਗ ਦੀ ਨਿਰਗੁਣ ਸਰੂਪ ਦੇ ਅੰਦਰ ਪੰਜ ਮਹਾਂਪੁਰਸ਼ਾਂ ਨੇ ਜਦੋਂ ਆ ਕੇ ਪਰਮੇਸ਼ਰ ਦਾ ਸੰਦੇਸ਼ਾ ਦਿੱਤਾ ਨਾ ਕਿ ਰੱਬ ਦਾ ਸੱਦਾ ਆ ਗਿਆ ਹੈ ਤੇ ਸਤਿਸੰਗ ਦੀ ਤੇ ਪਤਾ ਸਤਿਗੁਰੂ ਦਾਸ ਜੀ ਬਚਨ ਕੀ ਕਹਿੰਦੇ ਆ, ਕਹਿੰਦੇ ਪੰਥ ਪ੍ਰਵਾਨ ਸਾਧੂ ਦਾ ਸਤਿਕਾਰ ਕੀਤਾ, ਸੋਹਣੇ ਸੋਹਣੇ ਆਸਣ ਦਿੱਤੇ ਬੈਠਣ ਵਾਸਤੇ, ਗੋਸ਼ਟ ਹੋਈ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰ ਕਰਤ। ਰੱਬ ਜਿਹੜਾ ਆਪਣੇ ਪਿਆਰਿਆਂ ਨਾਲ ਰਹਿਣਾ ਕਹਿੰਦੇ ਵਿਚਾਰਧਾਰਾ ਕਰਦਾ, ਗੋਸ਼ਟੀ ਕਰਦਾ ਏ ਕਿ ਹੁਣ ਸੰਸਾਰ ਨੂੰ ਕਿਵੇਂ ਚਲਾਉਣਾ ਹੈ, ਹੁਣ ਕੀ ਕੀਤਾ ਜਾਵੇ। ਤੇ ਸਤਿਸੰਗ ਦੀ ਅੱਜ ਸਮਾਂ ਆਇਆ ਏ ਜਦੋਂ ਅਲਵਿਦਾ ਸੁਨੇਹਾ ਦੇ ਕੇ ਜਾਣਾ ਹੈ ਨਾ ਤੇ ਸਾਸੀ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਪਤਾ ਕੀ ਕਹਿੰਦੇ ਆ ਵੀ ਧੰਨਵਾਦ ਆ ਤੁਹਾਡਾ, ਬਹੁਤ ਸਤਿਕਾਰ, ਤੁਸੀਂ ਕਿਰਪਾ ਕੀਤੀ, ਪਰ ਹੁਣ ਇੱਕ ਸੁਨੇਹਾ ਮੇਰਾ ਵੀ ਦੇ ਦਿਓ ਰੱਬ ਨੂੰ। ਕਹਿੰਦੇ ਤੁਹਾਡਾ ਕੀ ਸੁਨੇਹਾ? ਕਹਿੰਦੇ ਮੇਰਾ ਸੁਨੇਹਾ ਇਹ ਆ ਵੀ ਪਰਮ ਪਿਤਾ ਪਰਮੇਸ਼ਰ ਅੱਜ ਮਿਹਰ ਕਰੀ, ਪੰਜਾਂ ਦੇ ਰੂਪ ਅੰਦਰ ਤੂੰ ਅੱਜ ਆਪ ਹਾਜ਼ਰ ਹੋਇਆ ਹੈ ਤੇ ਕਿਰਪਾ ਕਰੀ ਇਹ ਪੰਜ ਤੇ ਉਦਣ ਵੀ ਇੱਥੇ ਸਾਹਮਣੇ ਆਉਣ ਤੇ ਪਰਮੇਸ਼ਰ ਤੂੰ ਆਪ ਕਿਰਪਾ ਕਰਨੀ ਆ, ਆਪ ਲੈ ਕੇ ਜਾਣਾ ਗੱਡ ਕੇ ਆਖੂ ਸਤਨਾਮ। ਤੇ ਸਤਿਸੰਗ ਜੀ ਦੁਨੀਆ ਦੀ ਇਤਿਹਾਸ ਨੂੰ ਜਦੋਂ ਵਿਚਾਰਦੇ ਹਾਂ ਸਤਿਸੰਗ ਜੀ ਤੇ ਸਤਿਸੰਗ ਜੀ ਅੱਡ ਤੱਤ ਇਹ ਕੱਢਿਆ ਈ ਧੰਨ ਸਤਿਗੁਰੂ ਦਾਸ ਮਹਾਰਾਜ ਦੇ ਅੰਤ ਸਮੇਂ ਦਾ। ਤੇ ਸਤਿਸੰਗ ਜੀ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਵੱਡੇ ਭਾਈ ਬਾਬਾ ਪਿਰਥੀ ਚੰਦ ਜੀ, ਜਿਨ੍ਹਾਂ ਦੇ ਸੁਪੁੱਤਰ ਸੋਢੀ ਮਿਹਰਬਾਨ ਸਤਿਸੰਗ, ਜਿਨ੍ਹਾਂ ਦੀ ਹਿਰਦੇ ਦੇ ਅੰਦਰ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੂੰ ਸਿੱਖੀ ਅਤੇ ਸੰਗਤੀ ਕਰ ਪਾਰ ਬ੍ਰਹਮ ਨਮਸਕਾਰਿਆ, ਜਿਹਨਾਂ ਨੂੰ ਦੁਨੀਆ ਰੱਬ ਕਰਕੇ ਮੱਥੇ ਟੇਕਦੀ ਹੈ, ਉਹਨਾਂ ਦੀ ਸਤਿਸੰਗ ਦੀ ਅੰਸ਼ ਉਹਨਾਂ ਦੇ ਪੁੱਤਰ ਨੇ ਤੇ ਉਹਨਾਂ ਦੇ ਪੋਤਰੇ ਨੇ ਬਾਬਾ ਸੋਢੀ ਮਿਹਰਬਾਨ ਜੀ, ਉਹਨਾਂ ਨੇ ਸਤਿਸੰਗ ਜੀ ਇਤਿਹਾਸ ਲਿਖਿਆ। ਸਤਿਸੰਗ ਜੀ ਕੀ ਹੋਇਆ ਜੇ ਕਿ ਮੁੱਖਾ ਸਰੀਰ ਵਿੱਚੋਂ ਕਦੇ ਗਲਤੀ ਵੀ ਹੋ ਜਾਂਦੀ, ਅੰਸ਼ ਤੇ ਗੁਰੂ ਦੀ ਹੈ ਨਾ, ਅੰਦਰ ਅੰਸ਼ ਤੇ ਗੁਰੂਆਂ ਪੀਰਾਂ ਦੀ ਹੈ। ਤੇ ਸਤਿਸੰਗ ਗੁਰੂ ਪੁੱਤਰੀ, ਗੁਰੂ ਪਤਨੀ ਤੇ ਧੰਨ ਗੁਰੂ ਰਾਮਦਾਸ ਜੀ ਦੇ ਪੁੱਤਰ, ਉਹਨਾਂ ਦਾ ਪੋਤਰਾ ਗੁਣ ਤੇ ਹੋਣਾ ਹੀ ਹੈ। ਤੇ ਸਤਿਸੰਗ ਉਹਨਾਂ ਨੇ ਗੋਸ਼ਟੀ ਲਿਖੀ ਹੈ, ਕਹਿੰਦੇ ਗੋਸ਼ਟੀ। ਤੇ ਸਤਿਸੰਗ ਦੀ ਉਹਨਾਂ ਗੋਸ਼ਟੀਆਂ ਦੇ ਅੰਦਰ ਉਹਨਾਂ ਨੇ ਪ੍ਰਤੱਖ ਪ੍ਰਮਾਣ ਦਿੱਤੇ ਨੇ ਤੇ ਉਹਨਾਂ ਪ੍ਰਮਾਣਾਂ ਨੂੰ
ਲੈ ਕਰਕੇ ਪੂਰੇ ਜੀਵਨ ਧੰਨ ਗੁਰੂ ਦਾਸ ਮਹਾਰਾਜ ਪ੍ਰੋਫੈਸਰ ਲਾਲ ਸਿੰਘ ਦੀ ਅਨਮੋਲ ਰਤਨ ਸਤਿਕਾਰਜਨਕ ਪ੍ਰਾਪਤ ਉਹਨਾਂ ਨੇ ਸ਼੍ਰੀ ਗੁਰਦਾਸ ਇਤਿਹਾਸਕ ਜੀਵਨ ਸਾਖੀ ਲਿਖੀ। ਉਹ ਤੱਤ ਕੱਢਦੇ ਨੇ ਕਿ ਜਦੋਂ ਸਮਾਂ ਆ ਗਿਆ ਨਾ, ਸੁਨੇਹਾ ਦੇ ਕੇ ਚਲੇ ਜਾਂਦੇ ਨੇ ਪੰਡੇ ਮਹਾਂਪੁਰਸ਼, ਅਤੇ ਧੰਨ ਗੁਰੂ ਦਾਸ ਮਹਾਰਾਜ ਆਪਣੇ ਸਾਰੇ ਸਿੱਖਾਂ, ਸੇਵਕਾਂ, ਸਾਧੂਆਂ ਨੂੰ, ਸੰਗੀਆਂ ਨੂੰ ਸੰਦੇਸ਼ੇ ਦੇ ਦਿੰਦੇ ਨੇ ਕਿ ਸਾਰੀਆਂ ਸੰਗਤਾਂ, ਬੇਅੰਤ ਸੰਗਤਾਂ ਬਨਾਰਸ ਦੀ ਧਰਤੀ 'ਤੇ ਪੁੱਜ ਜਾਂਦੀਆਂ ਨੇ ਸਤਸੰਗ, ਅਤੇ ਸਤਸੰਗ ਹੁੰਦਾ ਹੀ ਲਗਾਤਾਰ ਸਤਸੰਗ ਚੱਲ ਰਿਹਾ। ਅਤੇ 21ਵਾਂ ਦਿਨ ਜਦੋਂ ਹੁੰਦਾ ਹੈ, 2 ਦਿਨ ਪਹਿਲਾਂ ਸਤਸੰਗ ਦੀ ਪੰਡੀ ਮਹਾਂਪੁਰਸ਼ ਧੰਨ ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਤਰਲੋਚਨ ਜੀ, ਸਤਿਗੁਰੂ ਕਬੀਰ ਜੀ, ਸਤਿਗੁਰੂ ਸੈਣੀ, ਸਤਿਗੁਰੂ ਧੰਨਾ ਜੀ ਨਿਰਗੁਣ ਸਰੂਪ ਦੇ ਅੰਦਰ ਅਤੇ ਸਤਸੰਗ ਦੀ ਪਰਮ ਪਿਤਾ ਪਰਮੇਸ਼ਰ ਆਪ ਪੁੱਜ ਜਾਂਦੇ ਕਿ ਸਤਸੰਗ ਦੀ ਇਹੋ ਜਿਹਾ ਆਨੰਦ ਰਸ ਹੋਵੇਗਾ ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਆਨੰਦ ਆਨੰਦ ਸਭ ਕੂ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੀ ਪਿਆਰਿਆ, ਕਰ ਕਿਰਪਾ ਕਿਲੇ ਵਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨ ਕਾ ਸ਼ਬਦ ਸੱਚੀ ਸਵਾਰਿਆ, ਕਹਿ ਨਾਨਕੀ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਅੱਜ ਬ੍ਰਹਮ ਗੁਰੂ ਪਰਮ ਪਿਤਾ ਪਰਮੇਸ਼ਰ ਜੋ ਆਪ ਸਤਿਗੁਰੂ ਦਾਸ ਮਹਾਰਾਜ ਨੂੰ ਸ਼ਬਦ ਬ੍ਰਹਮ ਗਿਆਨ ਬਖਸ਼ਦੇ ਨੇ, ਕਿਉਂਕਿ ਸ਼ੂਦਰ ਨੂੰ ਕੋਈ ਗਿਆਨ ਦੇਣ ਨੂੰ ਸਤਸੰਗ ਦੇ ਨਜ਼ਦੀਕ ਪਰਛਾਵੇਂ ਤੋਂ ਪੜ੍ਹਨੇ ਨਾਮਦਾਰ ਕਿਸੇ ਨੇ ਕੀ ਦੇਣਾ ਸੀ। ਇਸ ਲਈ ਖੁਦ ਖੁਦਾ ਜਿਹਨੂੰ ਪਾਤਸ਼ਾਹ ਕਹਿੰਦੇ ਸਨ, ਸਗਲ ਭਵਨ ਕੀ ਨਾਇਕਾ ਇੱਕ ਛਿਨ ਦਰ ਦਿਖਾਈ, ਮਲਨ ਭਈ ਮਤ ਮਾਧਵ। ਉੱਥੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਸਾਜੂ ਸਤ ਤ੍ਰੀਤਾ ਜਗੀ ਦੁਆਪਰ ਪੂਜਾ ਚਾਰ, तीनों जुग तीनों दड़े कल की बल नाम आधार, पार कैसी पाए गुरु मुझको को ना कह समझाए, कोई समझा के दसदा ही नहीं, क्योंकि पछाਵੇਂ ਤੋਂ ਭੇਟ ਆਉਂਦੀ। ਇਸ ਲਈ ਪਰਮੇਸ਼ਰ ਤੂੰ ਕਿਰਪਾ ਕਰ, ਤੂੰ ਸਾਰੀ ਸ੍ਰਿਸ਼ਟੀ ਦਾ ਨਾਇਕ ਹੀ, ਅਗਵਾਈ ਕਰਨ ਵਾਲਾ ਹੈ, ਅਤੇ ਮੈਨੂੰ ਵੀ ਬ੍ਰਹਮ ਗਿਆਨ ਦੇ ਕੇ ਸ਼ਬਦ ਦੀ ਦਾਤ ਬਖਸ਼। ਉਹ ਗਿਆਨ ਪ੍ਰਾਪਤ ਕਰਕੇ ਅੱਜ ਅਮਰ ਪਦ ਵੀ ਪ੍ਰਾਪਤ ਕਰਦੇ ਨੇ। ਕਿ ਸਤਸੰਗ ਬਨਾਰਸ ਦੀ ਧਰਤੀ 'ਤੇ ਸਤਸੰਗ ਦੀ ਜਦੋਂ ਅੰਤ ਸਮਾਂ ਆਉਂਦਾ ਹੈ, ਇਤਿਹਾਸ ਸਾਖੀ ਕਿ ਸਤਸੰਗ ਦੀ ਨਿਰਗੁਣ ਸਰੂਪ ਦੇ ਅੰਦਰ ਸਤਸੰਗ ਦੀ ਸੋਹਣਾ ਬਿਬਾਨ ਸਜਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਗਈ ਬਿਬਾਨ ਚੜ੍ਹ, ਅਕਾਲ ਪੁਰਖ ਦੀ ਰੱਬੀ ਸੱਚਖੰਡ ਦੇ ਬਿਬਾਨ ਤਿਆਰ ਹੋ ਜਾਂਦੇ ਨੇ। ਸਾਧੂਆਂ ਦੇ ਰੂਪ ਦੇ ਅੰਦਰ ਸਤਸੰਗ ਦੀ ਅਕਸਰ ਜਦੋਂ ਪਰਮੇਸ਼ਰ ਗੁਰਮੁਖਾਂ, ਸਾਧੂਆਂ, ਭਗਤਾਂ ਦੇ ਰੂਪ ਅੰਦਰ ਧਰਤੀ 'ਤੇ ਸੰਸਾਰ ਨੂੰ ਪਰਖਣ ਲਈ, ਸੰਸਾਰ ਨੂੰ ਗਿਆਨ ਬਖਸ਼ਣ ਲਈ, ਸੋਝੀ ਬਖਸ਼ਣ ਲਈ ਆਉਂਦੇ ਰਹਿੰਦੇ ਨੇ। ਅਤੇ ਜਿਵੇਂ ਅੱਡ ਵੀ ਕਈ ਜਗ੍ਹਾ ਅਚਰਜ ਕੌਰ ਤੋਂ ਵਰਤਦੇ ਨੇ ਕਿ ਸਤਸੰਗ ਦੀ ਅੱਜ ਸਮਾਂ ਆ ਗਿਆ ਅਤੇ ਸਤਿ ਅੰਮ੍ਰਿਤ ਵੇਲਾ ਸਤਸੰਗ ਜੀ 1584 ਬਿਕਰਮੀ ਸੰਮਤ ਹਾੜ ਦੀ ਸੰਗਰਾਂਦ ਅਤੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਸਤਿਗੁਰੂ ਬਿਬਾਨ ਸਜੇ ਨੇ। ਅਤੇ ਸਤਸੰਗ ਸੂਖਮ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰਜਨ ਸਗਲੀ ਨੇ, ਉਹ ਸ੍ਰਿਸ਼ਟੀ ਦਾ ਮਾਲਕ ਆਪ ਛਤਰ ਝੁਲਦੇ ਨੇ। ਇਤਿਹਾਸ ਕਹਿੰਦਾ ਹੈ ਜਿਹਨੂੰ ਅੱਜ ਗੋਪਾਲ ਮੰਦਰ ਆਖਿਆ ਜਾਂਦਾ ਹੈ। ਸਤਸੰਗ ਦੀ ਉਹ ਮੰਦਰ ਮੀਰਾਬਾਈ ਸਤਿਗੁਰ ਦੀ ਸੇਵਕ ਝਾਲਾਂ ਬਾਈ ਅਤੇ ਰਾਜਾ ਸੰਗਰਾਮ ਤਿੰਨਾਂ ਨੇ ਸਤਿਗੁਰ ਦੀ ਚਰਨਾਂ ਦੀ ਸਤਸੰਗ ਜਦੋਂ ਗੁਰੂ ਗੱਦੀ ਗੁਰੂ ਧਾਰਨਾ ਕੀਤੀ, ਸਤਸੰਗ ਖੁਸ਼ੀ ਦੇ ਅੰਦਰ ਬਨਾਰਸ ਦੀ ਧਰਤੀ 'ਤੇ ਉਹ ਮੰਦਰ ਬਣਵਾਇਆ, ਜਿੱਥੇ ਧੰਨ ਗੁਰੂ ਦਾਸ ਮਹਾਰਾਜ ਅਕਸਰ ਸੰਗਤਾਂ ਨੂੰ ਸਤਸੰਗ ਦੀ ਗਿਆਨ ਦੀ ਬਖਸ਼ਿਸ਼ ਕਰਿਆ ਕਰਦੇ ਸੀ। ਅਤੇ ਸਤਸੰਗ ਦੀ ਮੰਡੂਆ ਡੇ ਜੋ ਵਿਦਵਾਨਾਂ ਨੇ ਧੰਨ ਗੁਰੂ ਦਾਸ ਮਹਾਰਾਜ ਦਾ ਜਨਮ ਸਥਾਨ ਮੰਨਿਆ ਹੈ, ਉਸ ਧਰਤੀ ਤੋਂ ਬਿਬਾਨ ਸਜੇ ਨੇ। ਅਤੇ ਸਤਸੰਗ ਦੀ ਸ਼੍ਰੀ ਗੋਵਰਧਨਪੁਰ ਤੋਂ ਹੁੰਦੇ ਹੋਏ ਪਰਿਕਰਮਾ ਕਰਦੇ ਹੋਏ ਬਨਾਰਸ ਕਾਂਚੀ ਸ਼ਹਿਰ ਦੀ ਅਤੇ ਸਤਸੰਗ ਦੀ ਬਿਬਾਨ ਸਤਸੰਗ ਦੀ ਚਲਦਿਆਂ ਚਲਦਿਆਂ ਜਿੱਥੇ ਅੱਜ ਗੁਰੂਦਾਸ ਪਾਰਕ, ਜਿੱਥੇ ਜਿੱਥੇ ਜੈ ਨੈ ਸਾਧੂ ਪੱਗ ਧਰੈ, ਸਤਸੰਗ ਚਰਨ ਚੱਲਿਆ ਮਾਰਗ ਗੋਬਿੰਦ, ਜਿੱਥੇ ਜਿੱਥੇ ਸਤਿਗੁਰੂ ਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਸਤਸੰਗ ਦੇ ਨਾਲ ਨਿਹਾਲ ਕੀਤਾ। ਗੁਰੂ ਕਾ ਬਾਗ ਪਰਿਕਰਮਾ ਹੁੰਦੇ ਹੋਏ ਜਿਸ ਨੂੰ ਪਾਤਸ਼ਾਹ ਕਹਿੰਦੇ ਮਾਥੇ ਛਤਰ ਧਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ, ਅੱਜ ਰੱਬ ਛਤਰ ਲੈ ਕੇ ਅਤੇ 5 ਮਹਾਂਪੁਰਸ਼ ਬਿਬਾਨ ਲੈ ਕੇ ਚੱਲ ਰਹੇ। ਪਰਮ ਪਿਤਾ ਪਰਮੇਸ਼ਰ ਛਤਰ ਝੁਲਦਾ ਏ ਅਤੇ ਸਤਸੰਗ ਦੀ ਸਾਧੂ ਸੰਤ ਸੰਨਿਆਸੀ ਅਨੇਕਾਂ ਸੰਗਤਾਂ ਸਾਸੀ ਲੇਖਕ ਪ੍ਰੋਫੈਸਰ ਲਾਲ ਸਿੰਘ ਜੀ ਲਿਖਦੇ ਨੇ, ਕਹਿੰਦੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਮੈਂ ਆਪ ਤੱਕਿਆ ਏ ਉਸ ਧਰਤੀ ਦੇ ਉੱਤੇ ਸਤਸੰਗ ਦੀ ਸੋਹਣਾ ਬਿਬਾਨ ਸਜਾਇਆ ਗਿਆ, ਚਿੱਕਾ ਸਜਾਈ ਗਈ ਚੰਦਨ ਦੀ। ਅਤੇ ਸਤਸੰਗ ਦੀ ਅਨੇਕਾਂ ਸੰਗਤਾਂ ਨੇ ਕਿ ਸਤਸੰਗ ਦੀ ਬਿਬਾਨ ਦੇ ਰੂਪ ਅੰਦਰ 5 ਮਹਾਂਪੁਰਸ਼ ਨਿਰਗੁਣ ਸਰੂਪ ਪਰ ਪਿਤਾ ਪਰਮੇਸ਼ਰ ਉਸ ਬਿਬਾਨ ਨੂੰ ਲੈ ਕੇ ਸਤਸੰਗ ਦੀ ਆਕਾਸ਼ ਦੇ ਵਿੱਚ ਅਭੇਦ ਹੋ ਜਾਂਦਾ। ਇਸ ਨੂੰ ਪਾਤਸ਼ਾਹ ਕਹਿੰਦੇ ਨੇ
सूरज किरण मिले जल का जल हुआ राम, ज्योति जोत रली संपूर्ण थी आराम। सत्संग जी उस दिन मेरे गुरुदेव कहते ने, सर्व है एक अनेक स्वामी सब गढ़ होवै सोई, कह रविदास आखदा नेड़े सहजे होई सोई। कह रविदास सुनो रे संतो हर जियो ते सब कुछ, परमेश्वर को सब कुछ सकदा। तो सत्संग जी होइयां भुलां दी खिमा। ते सत्संग जी अड सासी जिमें गुरु स्थान मिटाए जाते हैं, भावें अडवे स्थान मिटते हैं, पर सत्संग जी गुर की महिमा अगम है, क्या कथों पर कही नहीं जा सकती। सत्संग जी गुर परमेश्वर एको जान जो तुस पावै सो प्रभु, गुरु गुरु गुर कर मन मेर, गुरु बिना मैं ना ही हो सोच लई। सासी अरदास करिए अज करोना महामारी, सतगुरु कृपा करो दुखिया दर्द वध दर आया, बहुत प्यास जवाब न पाया। कह रविदास शरण प्रभ तेरी क्यों जानो क्यों कर दस मेरी हुई न भुलां दी खिमा। वाहिगुरू जी का खालसा वाहिगुरू जी।